ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ, ਆਪਣੇ ਇਤਿਹਾਸ ਦੀਆਂ ਵਿਚਾਰਾਂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਭਾਈ ਰੇ ਗੁਰਮੁਖ ਬੁਝੈ ਕੋਇ, ਬਿਨ ਬੁਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 32 ਔਰ 33 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਉਪਦੇਸ਼, ਜੋ ਸਿੱਖਿਆ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਹੇ ਨੇ, ਉਹਦੇ ਵਿੱਚ ਮਾਲਕ ਜੀ ਨੇ ਪਹਿਲੋਂ ਤੇ ਰਹਾਉ ਦੀ ਪੰਕਤੀ ਵਿੱਚ ਜੋ ਜ਼ਿਕਰ ਕੀਤਾ, ਕਹਿੰਦੇ ਵੀ ਇਹ ਭਾਈ ਗੁਰੂ ਦੇ ਰਾਹੀਂ ਸਮਝ ਸੂਝ ਪੈਂਦੀ ਹੈ, ਗਿਆਨ ਹੁੰਦਾ ਹੈ। ਗੁਰੂ ਦੇ ਰਾਹੀਂ
ਸਮਝ ਪੈਂਦੀ ਹੈ, ਸੂਝ ਹੁੰਦੀ ਹੈ, ਗਿਆਨ ਹੁੰਦਾ ਹੈ, ਜਾਂ ਮਨੁੱਖ ਨੂੰ ਸੋਝੀ ਆਉਂਦੀ ਹੈ। ਔਰ ਗੁਰੂ ਤੋਂ ਗਿਆਨ ਲਏ ਬਿਨਾ, ਗੁਰੂ ਦੇ ਕੋਲੋਂ ਗਿਆਨ ਲਏ ਬਿਨਾ ਮਨੁੱਖ ਦੇ ਜਿੰਨੇ ਵੀ ਕਰਮ ਨੇ ਜਾਂ ਮਨੁੱਖ ਦੁਆਰਾ ਕੀਤੇ ਜਾਂਦੇ ਜਿੰਨੇ ਵੀ ਕੰਮ ਨੇ, ਉਹ ਲਾਹੇ ਦੇ ਘੱਟ ਤੇ ਨੁਕਸਾਨ ਦੇ ਜ਼ਿਆਦਾ ਬਣ ਜਾਂਦੇ। ਜਿਵੇਂ ਸੰਸਾਰਕ ਤੌਰ ਉੱਤੇ ਮਨੁੱਖ ਕੋਈ ਕਾਰਜ ਕਰਨਾ ਚਾਹੁੰਦਾ ਹੈ, ਉਸ ਕਾਰਜ ਨੂੰ ਕਰਨ ਵਾਸਤੇ, ਉਸ ਕੰਮ ਨੂੰ ਕਰਨ ਵਾਸਤੇ ਇਨਸਾਨ ਪਹਿਲੋਂ ਉਹਦੇ ਕਿਸੇ ਨਾ ਕਿਸੇ ਰੂਪ ਵਿੱਚ, ਕਿਸੇ ਨਾ ਕਿਸੇ ਕਾਰਨ ਦੇ ਅੰਦਰ ਕੋਈ ਨਾ ਕੋਈ ਟੀਚਰ, ਕੋਈ ਨਾ ਕੋਈ ਉਸਤਾਦ ਉਹਨੇ ਧਾਰਨ ਕੀਤਾ, ਉਹਨੇ ਧਾਰਿਆ। ਚਾਹੇ ਉਹ ਕਿਸੇ ਜ਼ਰੀਏ ਧਾਰਨ ਕੀਤਾ ਹੋਵੇ, ਕਿਸੇ ਤਰੀਕੇ ਧਾਰਨ ਕੀਤਾ ਹੋਵੇ, ਪਰ ਉਹ ਉਸਤਾਦ ਜ਼ਰੂਰ ਧਾਰਦਾ ਹੈ। ਉਹਦੇ ਕੋਲੋਂ ਉਹ ਸਿੱਖਦਾ ਹੈ। ਹਾਲਾਂਕਿ ਉਸਤਾਦ ਰਾਹੀਂ ਉਹਨੂੰ ਸਿਰਫ ਇੱਕ ਰਸਤਾ ਦਿਖਾਇਆ ਜਾਂਦਾ, ਇੱਕ ਰਾਹ ਦਿਖਾਇਆ ਜਾਂਦਾ, ਮਾਰਗ ਦਰਸਾਇਆ ਜਾਂਦਾ ਹੈ। ਉਦੋਂ ਬਾਅਦ ਵਿੱਚ ਸਿੱਖਣ ਵਾਲੇ ਮਨੁੱਖ ਦਾ ਆਪਣਾ ਅਨੁਭਵ, ਮਨੁੱਖ ਦੀ ਆਪਣੀ ਲਗਨ, ਮਨੁੱਖ ਦੀ ਆਪਣੀ ਮਿਹਨਤ ਹੈ। ਹੋ ਸਕਦਾ ਉਹਦਾ ਸਟਰਗਲ, ਉਹਦੀ ਮਿਹਨਤ ਇੰਨੀ ਕੁ ਹੋ ਜਾਏ ਉਹ ਉਸਤਾਦ ਤੋਂ ਵੀ ਅੱਗੇ ਚਲਾ ਜਾਏ, ਪਰ ਧਾਰਨ ਉਸਤਾਦ ਜ਼ਰੂਰ ਕਰਨਾ ਪੈਂਦਾ, ਜਿਹਨੇ ਤੁਰਨਾ ਸਿਖਾਉਣਾ। ਜਿਵੇਂ ਆਪਾਂ ਹੁਣ ਕਹਿ ਲਈਏ ਵੀ ਇੱਕ ਬੱਚਾ, ਇੱਕ ਬਾਲਕ ਤੁਰਨਾ ਜਦੋਂ ਸਿੱਖਦਾ ਹੈ, ਕੋਈ ਨਾ ਕੋਈ ਤੇ ਸਹਾਰਾ ਲੈ ਕੇ ਤੁਰਨਾ ਸਿੱਖਦਾ ਹੈ ਨਾ। ਜਦੋਂ ਰਿੜਦਾ ਹੋਇਆ ਬਾਲਕ ਖੜਾ ਹੋਣ ਲੱਗਦਾ ਹੈ, ਉਹ ਜਾਂ ਤੇ ਬੈੱਡ ਦਾ ਸਹਾਰਾ ਲੈ ਕੇ ਖੜਾ ਹੁੰਦਾ, ਜਾਂ ਕੁਰਸੀ ਦਾ ਸਹਾਰਾ ਲੈ ਕੇ, ਜਾਂ ਟੇਬਲ ਦਾ ਜਾਂ ਦੀਵਾਰ ਦਾ ਸਹਾਰਾ ਲੈ ਕੇ ਖੜਾ ਹੋਏਗਾ। ਫਿਰ ਉਹਦੇ ਵੱਡੇ ਭੈਣ ਭਰਾ ਜਾਂ ਉਹਦੀ ਮਾਤਾ ਪਿਤਾ ਉਹਨੂੰ ਆਪਣੀ ਉਂਗਲ ਪਕੜਾ ਕੇ ਜਾਂ ਉਹਦੀ ਉਂਗਲ ਫੜ ਕੇ ਉਹਨੂੰ ਤੁਰਨਾ ਸਿਖਾਉਂਦੇ ਨੇ। ਫਿਰ ਹੌਲੀ ਹੌਲੀ ਉਹ ਆਪ ਉਂਗਲੀ ਤੋਂ ਬਿਨਾਂ ਤੁਰਨ ਲੱਗ ਜਾਂਦਾ। ਕਈ ਵਾਰੀ ਡਿੱਗਦਾ, ਫਿਰ ਉੱਠ ਖੜੋਂਦਾ, ਫਿਰ ਉੱਠ ਕੇ ਤੁਰ ਪੈਂਦਾ, ਫਿਰ ਡਿੱਗ ਪੈਂਦਾ, ਫਿਰ ਤੁਰ ਪੈਂਦਾ। ਇੱਕ ਦਿਨ ਐਸਾ ਆਉਂਦਾ ਜਿਸ ਦਿਨ ਨਾ ਉਹਨੂੰ ਉਂਗਲ ਦੀ ਲੋੜ ਹੈ, ਨਾ ਉਹਨੂੰ ਸਹਾਰੇ ਦੀ ਲੋੜ ਹੈ, ਨਾ ਹੁਣ ਤੁਰਦਾ ਹੋਇਆ ਡਿੱਗਦਾ। ਹੁਣ ਤੁਰਦਾ ਤੁਰਦਾ ਉਹ ਦੌੜਨਾ ਸ਼ੁਰੂ ਕਰ ਲੈਂਦਾ, ਇੰਨਾ ਕੁ ਦੌੜਨ ਲੱਗ ਜਾਂਦਾ, ਇੰਨਾ ਕੁ ਦੌੜਾਕ ਬਣ ਜਾਂਦਾ, ਉਹਦਾ ਨਾਮ ਹੀ ਦੌੜਾਕਾਂ ਵਿੱਚ ਆਉਣ ਲੱਗ ਜਾਂਦਾ। ਤੁਰਨਾ ਤੇ ਉਹਨੇ ਵੀ ਉਂਗਲ ਫੜ ਕੇ ਹੀ ਸਿੱਖਿਆ ਨਾ। ਜੇ ਕੋਈ ਦੌੜਾਕ ਬਣ ਜਾਏ, ਤੇਜ਼ ਰਫ਼ਤਾਰ ਨਾਲ ਦੌੜਨ ਵਾਲਾ ਬਣ ਜਾਏ, ਤੇ ਜੇ ਆਪਾਂ ਉਹਨੂੰ ਪੁੱਛਾਂਗੇ ਵੀ ਤੂੰ ਦੱਸ ਭਾਈ ਤੁਰਨਾ ਤੂੰ ਕਿਵੇਂ ਸਿੱਖਿਆ ਸੀ, ਤੇ ਜਵਾਬ ਉਹਦਾ ਵੀ ਤੇ ਇਹੋ ਹੋਏਗਾ ਨਾ ਵੀ ਮੈਂ ਵੀ ਉਂਗਲ ਫੜ ਕੇ ਹੀ ਤੁਰਨਾ ਸਿੱਖਿਆ। ਅੱਗੇ ਉਹਦਾ ਸਟਰਗਲ ਹੈ, ਉਹਦੀ ਮਿਹਨਤ ਹੈ, ਉਹਦੀ ਲਗਨ ਹੈ ਕਿ ਉਹ ਦੌੜਨ ਲੱਗ ਪਿਆ। ਸਤਿਗੁਰੂ ਜੀ ਕਹਿੰਦੇ ਭਾਈ ਰੇ ਗੁਰਮੁਖ ਬੂਝੈ ਕੋਏ। ਗੁਰੂ ਦੇ ਰਾਹੀਂ ਕੋਈ ਵਿਰਲਾ ਬੁੱਝਦਾ ਹੈ, ਕੋਈ ਵਿਰਲਾ ਜਾਣਦਾ ਹੈ, ਕੋਈ ਵਿਰਲਾ ਸਮਝਦਾ ਹੈ। ਪਰ ਇੱਕ ਬਾਤ ਤੇ ਸਤਿਗੁਰੂ ਜੀ ਨਾਲ ਫਿਰ ਆਖਦੇ, ਕਹਿੰਦੇ ਇਸ ਬਾਤ ਨੂੰ ਕਿਤੇ ਅਸੀਂ ਆਪਣੇ ਮਨਾਂ ਵਿੱਚ ਜਾਣ ਲਈਏ, ਬਿਨ ਬੂਝੇ ਕਰਮ ਕਮਾਵਣੇ। ਬਿਨਾ ਬੁੱਝਿਆ, ਬਿਨਾ ਸਮਝਿਆ, ਬਿਨਾ ਜਾਣਿਆ, ਬਿਨਾ ਗਿਆਨ ਲਿਆ, ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਲਈਏ ਵੀ ਬਿਨਾ ਗਿਆਨ ਲਿਆ ਕਰਮ ਕਮਾਵਣੇ। ਅਸੀਂ ਜਿੰਨੇ ਕਰਮ ਕਰਾਂਗੇ ਉਹ ਕੀ ਹੋਏਗਾ? ਜਨਮ ਪਦਾਰਥ ਖੋਏ,
ਉਹ ਸਾਰੇ ਸਾਡੇ ਜਿਹੜੇ ਕੀਤੇ ਕਰਮ ਨੇ ਨਾ, ਮਾਨੋ ਸਾਡੇ ਜ਼ਿੰਦਗੀ ਰੂਪ ਪਦਾਰਥ ਨੂੰ ਗਵਾਉਣ ਵਾਲੇ ਨੇ, ਅਮੋਲਕ ਵਸਤੂ ਨੂੰ ਗਵਾਉਣ ਵਾਲੇ ਨੇ। ਇਹ ਤੇ ਹੈ ਗੁਰੂ ਕੋਲੋਂ ਪੁੱਛ ਕੇ ਕਰਮ ਕਰਨ ਵਾਲੇ, ਤਾਂ ਜਨਮ ਪਦਾਰਥ ਗਵਾ ਰਹੇ ਆ। ਜਿਹਨੂੰ ਸਤਿਗੁਰੂ ਜੀ ਬਾਣੀ ਅੰਦਰ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਹੋਏ ਇਹ ਆਣਾ ਕਰੇ ਕੰਮ, ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਜੇ ਉਹ ਇੱਕ ਅੱਧੀ ਚੰਗੀ ਕਰ ਵੀ ਰਿਹਾ ਨਾ, ਤੇ ਉਹ ਜਿਹੜਾ ਉਹਦਾ ਪਹਿਲੋਂ ਕੀਤਾ ਹੋਇਆ ਚੰਗਾ, ਉਹਦਾ ਦੂਜੀ ਵਾਰੀ ਕੀਤਾ ਹੋਇਆ ਪਹਿਲੇ ਤੇ ਵੀ ਪਾਣੀ ਫੇਰ ਦੇਗਾ, ਕਿਉਂਕਿ ਹੈ ਇਹ ਆਣਾ ਅਣਜਾਣ ਹੈ। ਇੱਕ ਵਾਰ ਪਹਿਲੀ ਵਾਰ ਜਦੋਂ ਕਾਰਜ ਕਰਨ ਲੱਗਾ, ਹੋ ਸਕਦਾ ਕਾਰਜ ਕਰਦਾ ਹੋਇਆ ਜਾਂ ਕਾਰਜ ਕਰਨ ਲੱਗਿਆ ਉਹਦਾ ਕਾਰਜ ਸਵਰ ਜਾਏ, ਪਰ ਮੁੜ ਉਹ ਉਸੇ ਬਾਤ ਦਾ ਹੰਕਾਰ ਜਾਂ ਹਉਮੈ ਕਰਕੇ ਬਹਿ ਜਾਏ ਵੀ ਮੈਂ ਕਾਰਜ ਕਰ ਲਿਆ, ਮੈਂ ਤੇ ਬੜਾ ਐਕਸਪੀਰੀਅੰਸ, ਮੇਰੇ ਕੋਲ ਤੇ ਬੜਾ ਅਨੁਭਵ ਹੋ ਗਿਆ, ਮੇਰੇ ਕੋਲ ਤੇ ਬਹੁਤ ਜ਼ਿਆਦਾ ਗਿਆਨ ਹੋ ਗਿਆ। ਹੁਣ ਜਦੋਂ ਦੂਜੀ ਵਾਰੀ ਕਰਨ ਲੱਗੇ ਤਾਂ ਕੀ ਹੋਏਗਾ? ਜਿਹੜਾ ਪਹਿਲੀ ਵਾਰੀ ਕੀਤਾ ਸੀ ਉਹਦੇ ਤੇ ਵੀ ਪਾਣੀ ਫਿਰ ਜਾਣਾ, ਪਹਿਲਾ ਕਾਰਜ ਵੀ ਵਿਗੜ ਗਿਆ। ਕਿਉਂਕਿ ਬਿਨ ਬੂਝੇ ਕਰਮ ਕਮਾਵਣੇ, ਬਿਨਾਂ ਗਿਆਨ ਲਿਆ ਅਸੀਂ ਜਿੰਨੇ ਵੀ ਕਰਮ ਕਰਾਂਗੇ ਕੀ ਹੋਏਗਾ? ਨੁਕਸਾਨ ਹੀ ਹੋਏਗਾ, ਲਾਭ ਕੋਈ ਨਹੀਂ। ਚਾਹੇ ਉਹ ਸੰਸਾਰਿਕ ਤੌਰ ਤੇ ਕੋਈ ਕਰਮ ਹੋਵੇ, ਜਿਹੜੀ ਚੀਜ਼ ਦਾ ਸਾਨੂੰ ਪਤਾ ਹੀ ਨਹੀਂ ਹੈ ਅਸੀਂ ਉਹ ਕਰਾਂਗੇ ਤੇ ਕੀ ਹੋਏਗਾ? ਨੁਕਸਾਨ ਹੀ ਹੋਏਗਾ ਨਾ। ਕਿਸੇ ਨੂੰ ਮੋਟਰ ਵਾਹੀਕਲ ਨਹੀਂ ਚਲਾਉਣਾ ਆਉਂਦਾ, ਉਹ ਚਲਾਏਗਾ ਤੇ ਕੀ ਬਣੇਗਾ? ਨੁਕਸਾਨ ਹੀ ਹੋਏਗਾ। ਵੱਖਰੀ ਗੱਲ ਹੈ ਵੀ ਪਹਿਲੋਂ ਸਿੱਖ ਲਵੇ ਜਾਂ ਕਿਸੇ ਤਰੀਕੇ ਨਾਲ ਜਾਂ ਢੰਗ ਨਾਲ ਕੋਈ ਉਹਨੂੰ ਚਲਾਉਣਾ ਦੱਸੇ, ਚਲਾਉਣਾ ਸਿਖਾਵੇ, ਫਿਰ ਉਹ ਚਲਾਉਣ ਲੱਗ ਜਾਏ ਤੇ ਚੰਗੀ ਬਾਤ ਹੈ। ਪਰ ਜੇ ਬਿਨਾਂ ਕਿਸੇ ਤੋਂ ਪੁੱਛਿਆ ਜਾਂ ਬਿਨਾਂ ਕਿਸੇ ਤੋਂ ਸਿੱਖਿਆ ਚਲਾਉਣ ਲੱਗੇ ਤੇ ਕੀ ਬਣੇਗਾ? ਨੁਕਸਾਨ ਹੀ ਹੈ। ਕੋਈ ਬਿਜਲੀ ਦਾ ਕੰਮ ਕਰਨ ਵਾਲਾ ਹੈ, ਬਿਜਲੀ ਦਾ ਕੰਮ ਕਰਨ ਵਾਲੇ ਨੇ ਸਿੱਖਿਆ ਕੋਈ ਨਹੀਂ, ਉਹ ਕਵੇ ਮੈਂ ਤੇ ਜਾਣਦਾ, ਸਾਰਾ ਕੁਝ ਹੀ ਜਾਣਦਾ, ਉਹਨੂੰ ਕੀ ਪਤਾ ਕਿਹੜੀ ਤਾਰ ਕਿਸ ਪਾਸੇ ਲੱਗਣੀ? ਨੁਕਸਾਨ ਹੀ ਹੈ। ਬਿਨ ਬੂਝੇ ਕਰਮ ਕਮਾਵਣੇ, ਬਿਨਾਂ ਸਮਝਿਆਂ ਜਦੋਂ ਕਰਮ ਕੀਤੇ ਜਾਣਗੇ ਨਾ, ਉਦੋਂ ਬਿਨਾਂ ਸਮਝਿਆਂ ਕੀਤੇ ਹੋਏ ਕਰਮ ਸਾਰੇ ਨੁਕਸਾਨਦੇਹ ਹੀ ਹੋਣਗੇ, ਕੋਈ ਲਾਭਦਾਇਕ ਨਹੀਂ ਹੋਏਗਾ। ਇਸੇ ਕਰਕੇ ਸਤਿਗੁਰੂ ਜੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਸਾਨੂੰ ਸਮਝਾਉਂਦੇ, ਮਾਲਕ ਕਹਿੰਦੇ ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਜਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗਿਆਨ ਤੋਂ ਬਿਨਾ ਨਹੀਂ, ਸੋਝੀ ਤੋਂ ਬਿਨਾ ਨਹੀਂ। ਕਿਉਂਕਿ ਜਿੰਨੇ ਵੀ ਕਰਮ, ਹੁਣ ਇੱਥੇ ਧਰਮ ਦੀ ਗੱਲ ਸਤਿਗੁਰੂ ਜੀ ਕਰ ਰਹੇ ਵੀ ਜੇ ਅਸੀਂ ਗੁਰੂ ਤੋਂ ਪੁੱਛੇ ਬਿਨਾ ਕਰਮ ਕਰਾਂਗੇ, ਗੁਰੂ ਤੋਂ ਪੁੱਛੇ ਬਿਨਾ ਕਰਮ ਕਮਾਵਾਂਗੇ ਤੇ ਕੀ ਹੋਏਗਾ? ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਸਾਡਾ ਜਨਮ ਰੂਪ ਪਦਾਰਥ ਗਵਾਚ ਜਾਏਗਾ, ਮਤਲਬ ਸਾਡੀ ਅਮੋਲਕ ਵਸਤੂ ਸਾਡੇ ਕੋਲੋਂ ਚਲੀ ਜਾਏਗੀ। ਇਹ ਜੀਵਨ ਜਿਹੜਾ ਬੜਾ ਅਮੋਲਕ ਹੈ, ਇਹ ਜੀਵਨ ਜਿਹਦੀ ਕੋਈ ਕੀਮਤ ਨਹੀਂ, ਜਿਹਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ, ਸਤਿਗੁਰੂ ਕਹਿੰਦੇ ਇਹ ਅਮੋਲਕ ਪਦਾਰਥ, ਅਮੋਲਕ ਜੀਵਨ ਤੇਰੇ ਕੋਲੋਂ ਚਲਾ ਜਾਏਗਾ ਜਦੋਂ ਇਸ ਅਮੋਲਕ ਜੀਵਨ ਦੇ ਅੰਦਰ ਤੂੰ ਕਰਮ ਕਮਾਵੇਂਗਾ। ਤੇ ਤੇਰੇ ਕਮਾਏ ਹੋਏ ਕਰਮ ਕੀ ਹੋਣਗੇ? ਬਿਨਾਂ ਕਿਸੇ ਸਿੱਖਿਆ ਤੋਂ, ਬਿਨਾਂ ਗੁਰੂ ਤੋਂ ਉਪਦੇਸ਼ ਲਏ ਤੋਂ ਜਦੋਂ ਇਹ ਕਰਮ ਕਮਾਵੇਂਗਾ ਤੇ ਤੇਰਾ ਜਨਮ ਪਦਾਰਥ ਗਵਾਚੇਗਾ। ਫਿਰ ਉਹ ਕਰਮ ਚਾਹੇ ਜੈਸਾ ਮਰਜ਼ੀ ਹੋਵੇ, ਉਹ ਕਰਮ ਹੋ ਸਕਦਾ ਧਰਮ ਦਾ ਹੋਵੇ। ਜਦੋਂ ਸਾਡੇ ਕੋਲ ਅਸੀਂ ਕੋਈ ਵੀ ਕਰਮ ਕਮਾਉਣ ਲੱਗੇ ਆ, ਚਾਹੇ ਉਹ ਧਰਮ ਦਾ ਹੀ ਹੈ, ਬਿਨਾਂ ਗਿਆਨ ਲਿਆ, ਬਿਨਾਂ ਗਿਆਨ ਲਏ ਜਦੋਂ ਧਰਮ ਕਮਾਵਾਂਗੇ ਤੇ ਸੁਭਾਵਿਕ ਜਿਹੀ ਬਾਤ ਹੈ, ਉਹ ਸਾਡਾ ਕਮਾਇਆ ਹੋਇਆ ਕਰਮ ਸਾਨੂੰ ਨਹੀਂ ਪਤਾ ਵੀ ਉਹ ਕਮਾਉਣਾ ਕਿੱਦਾਂ ਚਾਹੀਦਾ ਸੀ। ਜਿਵੇਂ
गुरु अर्जन साहब जी का एक पावन बचन आप जी ਦੀਆਂ ਰਸਨਾਵਾਂ ਤੇ ਰਹਿੰਦਾ ਹੈ, ਅਕਸਰ ਆਪਾਂ ਸਾਂਝਾ ਕਰਦੇ ਹਾਂ। पाठ पढ़ियो अर वेद विचारियो, निवल भुवंगम साधे, पंच जनास्यों संग न छुटकियो, अधिक अहम बुद्ध बाधे। हुण जे ज्ञान नहीं होएगा बंदा तो लगा ही होया ना, मनुख ते लगा ही होया। काहदे विच? पाठ पढ़ियो अर वेद विचारियो। बंदा कहंदा भी मैं धर्मी हाँ। क्यों धर्मी हाँ? क्योंकि मैं पाठ पढ़ रहा, मैं विचार कर रहा, मैं धर्मी हाँ। निवल पोहंगम साधे, होर बड़े न्यौली कर्म करी जाता है, बड़े तरह के आसन करी जाता है, पर ज्ञान नहीं लिया भी करना कितना चाहिए सी। पाठ पढ़ना सी ते पढ़ना किवें सी, जां विचारना सी ते उहदी विचार करनी किवें सी, इस गल दा ज्ञान लिया नहीं। जदों ज्ञान नहीं लिया, जन्म पदार्थ खोए। पाठ पढ़िया परवानिया जाएगा कि विचार कीती परवानी जाएगी? ज्ञान तो हीना, जिन्हों सतगुरु जी कहते ज्ञान विहूणा गावे गीत, ज्ञान तो बिना विहूणा जिद्दां दे मर्जी कर्म करदा फिरे। भुखे मुल्ला घरे मसीत, मखट्टू होए कै कन्न पढ़ाए, फकर करे होर जात गवाए, गुरपीर सदाए मंगण जाए, ताकै मूल न लगी है पाए, काल खाए किश हथों दे, नानक राह पछाणे से। हुण ज्ञान तो विहूणा ते कुछ भी करी जाएगा। ते की ज्ञान तो विहूणे दा हर कर्म धर्म बन जाएगा? जिन्ना चिर ज्ञान नहीं है उन्ना चिर धर्म नहीं है। ज्ञान का होना लाजमी है। बाबा कबीर जी कहते जहां ज्ञान तहां धर्म है, जहां लोभ तहां पाप। जिथे ज्ञान होएगा धर्म उथे ही है, क्योंकि ज्ञान तो बिना धर्म नहीं, सिर्फ परम होएगा, धर्म नहीं होएगा। पाठ पढ़ लेना धर्म का कर्म है, पर असीं इहनूं धर्म नहीं कह सकते भी पाठ पढ़िया धर्म ही धर्म है। धर्म का एक कर्म है। धर्म उदण बनेगा जिदण पढ़िया होया पाठ जीवन विचों झलकेगा, उदण धर्म बनेगा। विचार कर लेना धार्मिक ग्रंथां दी, धार्मिक ग्रंथां नूं विचार लेना, पढ़ लेना, ये धर्म का कर्म है, धर्म नहीं। धर्म उदण बनेगा जिदण कीती हुई विचार, विचारिया होया धार्मिक ग्रंथ जीवन विचों झलकेगा भी सचमुच मेरे जीवन विचों ओह कुछ नजर आ रहा है जो विचारिया है, फिर धर्म बन जाएगा। पर अजे तक की है? बिन बूझे कर्म कमावने। समझे बिना जिन्ने भी कर्म करांगे, बुझे बिना जिन्ने भी कर्म करांगे, जाने बिना जिन्ने भी कर्म करांगे, सतगुरु कहंदे तेरे कीते हुए कर्म भाई सज्जणा ये तेरे जन्म पदार्थ नूं गवाउणगे, तेनू लाहा नहीं देना, इना लाभ कोई नहीं देना, क्योंकि तू बिना समझिया, बिना सिक्ख्या लिया, बिना जानिया कर्म कमाउण लगे। ते जिन्ने कर्म बिना जानिया कमाएगा ये सारे दे सारे तेरा नुकसान करनगे, तेरा लाभ कुछ नहीं करना आएगा, फायदा नहीं कुछ देना। रहाऊ दी पंक्ति च इसलिए पहलों आख्या कहंदे भाई रे, हे भाई गुरमुख बूझै कोई, गुरु दे राही कोई बुझ लैंदा, समझ लैंदा, ते जेड़ा गुरु दे राही ना समझे वो बिन बूझे कर्म कमावने, जन्म पदार्थ खोए। उदा जिन्ने भी कर्म ने बिना समझिया कीते हुए, बिना जानिया कीते हुए, वो सारे दे सारे कीते कर्म जन्म पदार्थ गवा रहे खान। गोविंद गुणी निदान है, अंत ना पाया जाए, कथनी बदनी ना पाई है, हो मैं विच हो जाए। सतगुर मिलय सद पै रचै,
आप वसै मन आए। फिर पहले पदे च गुरु साहब ने जिक्र किया गोविंद गुणी निधान है। गोविंद मतलब परमात्मा, गुणी निधान गुणां दा खजाना है। वो गुणां दा खजाना है। ਉਹਨੂੰ कदे खजाना नहीं कहा जाता जिहदा अंत पै जाए। खजाना हमेशा अमोलक ही हुंदा है ते अनगिणत हुंदा। खजाने का कदे अंत नहीं पिया ते जिहदा अंत पै जाए वो खजाना नहीं है। जिहदा अंत पै जाए वो खजाना नहीं ते जिहड़ा खजाना है उहदा कदे अंत नहीं पैंदा। गोविंद गुणी निधान है। सतगुरु अमरदास पातशाह कहंदे रब जी गुणां दा खजाना ने। हुण दसो भी रब दा अंत किहदे कोल है उहदे गुणां दे खजाने दा अंत किसे कोल? रब जी दे ते साडे कोल सारे गुणां दा ज्ञान नहीं है। गुणां दे बारे विच जाके दसना ते अखीर लभना किथों लभ लांगे? साडे कोल ते चंगी तरह ज्ञान भी नहीं भी असीं दस सकीए भी रब्बा तू इन्ने क गुणां दा मालक है। असीं ते सिर्फ रब दे कर्म देख रहे हैं। रब दे कर्म वेख के ते रब दे गुण गाई जाने, रब दी वडियाई करी जाने। गोविंद भी ओदा एक गुण है, ओदा नाम नहीं है। एक गुण है, एक कर्म है ओदा। परमात्मा भी ओदा एक नाम नहीं है, ओदा सिर्फ एक असी कह सकते हैं भी कर्म वेख्या, ओदी ताकत वेखी, ओदा गुण वेख्या, असी उन्होंने परमात्मा कहन लग पे। दावा थोड़ी करांगे भी ये ओदा नाम ही है जी, नहीं। सिर्फ एक कर्म नाम है, कम के आधार पर रखिया होया एक नाम, गुण के आधार उत्ते, गोपाल उहदे गुण के आधार उत्ते। जिन्ने भी असी नाम लेने आ ना, या गरीब नवाज कह लीए, दीन दयाल कह लीए, करीम कह लीए, वो बख्शिश करन वाला उन्होंने कह लीए, किसी रूप विच भी है तो उहदे गुण ही ना। चाहे उन्होंने रहीम कह लीए, रहम करन वाला, जिस रूप विच मर्जी उहदा जिक्र करिए, है वो गुणां दा खजाना। गोविंद गुणी निधान है। गुरु अमरदास साहब जी कहंदे वो गुणां दा खजाना है, अंत ना पाया जाए, उहदा अंत नहीं पै सकदा, उहदा अखीर नहीं लभ्या जा सकदा, उहदा अंत नहीं है। किहड़े गुण दा जाके अंत पावांगे? वो बख्शणहार है। किवें बख्श लैंदा वो पता है? किस ढंग नाल बख्शी जा रहे हैं, या किस रूप विच आके उन्हें बख्श लेना, साडे कोल ते ये भी ज्ञान नहीं है। ते असीं ते उहदे बख्शणहार जिहड़ा गुण है ना, वो बख्शिश करन दा गुण है, साडे कोल ते उहदे प्रति भी पूरा ज्ञान नहीं है। क्योंकि रब बख्शिश करन वाली ना कोई ढंग ते ना कोई रूप ना कोई तरीका कुछ भी नहीं वेखदा, किसी ना किसी रूप विच बख्शिश दे ही दिंदा है। सतगुरु जी बाणी अंदर ना एक वचन कहंदे, वो देण वाला सारियां विधियां ही जानदा है। उन्हें किवें दे देना, उहदे कोल हर विधि है, हर तरीका है उहदे कोल। देवन वाला सब विध जाने, वो सारियां विधियां जानदा। असीं हैरान हो जाईदा जदों किते वो कोई बख्शिश दवे ना, चाहे सानू दवे चाहे किसी दूसरे नूं दवे, ओदी दित्ती बख्शिश वेख के असीं हैरान हो जाने आ भी रब किवें दे सकदा है। पर उन्हें उहदी झोली च दात पाई है, बख्शिश पाई है उन्हें। असीं ते उहदे इस गुण नूं बयान नहीं कर सकते, सारे गुणां नूं बयान करना ते बड़ी दूर दी गल है। गुरु अमरदास साहब कहंदे गुणी निधान है, अंत ना पाया जाए। वो गुणां दा खजाना, उहदा अंत नहीं लभ्या जा सकदा। कथनी बदनी ना पाई है। मैं कही जावां भी कथनी बदनी कला बदन दियां गल्लां, बदन दियां गल्लां, बदन क्या जांदा मूँह नूं,
कलियां मूँह दियां ही गल्लां, कथनी कला बोलना, ਜ਼ਬਾਨੀ ਗੱਲਾਂ ਨਾਲ ਉਹ ਨਹੀਂ ਮਿਲਦਾ ਜਿੰਨੀਆਂ ਮਰਜ਼ੀ ਸ਼ਿੰਗਾਰ ਕੇ ਕਰੀ ਚੱਲੀਏ। ਜ਼ਬਾਨੀ ਗੱਲਾਂ ਨਾਲ ਉਹ ਨਹੀਂ ਮਿਲਦਾ ਜਿੰਨੀਆਂ ਮਰਜ਼ੀ ਮਿੱਠੀਆਂ ਕਰੀ ਜਾਈਏ। ਜ਼ਬਾਨੀ ਗੱਲਾਂ ਨਾਲ ਉਹਨੇ ਨਹੀਂ ਮਿਲਣਾ ਜਿੰਨਾ ਮਰਜ਼ੀ ਯਤਨ ਕਰ ਲਈਏ। ਸ਼ਬਦਾਵਲੀ ਕੋਈ ਹੋਵੇ ਉਹ ਨਹੀਂ ਮਿਲੇਗਾ, क्योंकि वो जुबान थोड़ी वेखदा है। उन्हें साडी रसना तो निकलने वाले शब्द नहीं देखने, उन्हें साडा अंदर वेखना भी अंदरों की कुछ निकल रहा, मन विचली विचार कैसी है, हिरदे विचली विचार कैसी है। जुबान करके तो हो सकता मैं बाणी पढ़दा होवां ते अंदर कई तरह के वलवले चलते हो तो मैं की कहांगा भी रब्बा रख ला। जुबान करके हो सकता धार्मिक ग्रंथ का मेरे राही पाठ किया जाता हो, जुबान तो मेरे बहुत चंगी धार्मिक ग्रंथ का उचारण हो रहा, इयों कह लीए जुबान करके तो चुप ही हाँ, चाहे विचार की गल कर लीए तो चाहे चुप्पी की गल कर लीए। सतगुरु जी बाणी च दोवें पक्ष रखते ने। एक पासे मालिक ने क्या, गुरु साहब जी कहते बोले नाही होए बैठा मोनी, अंतर कल्प पवाइए जोनी। हुण बोलता नहीं, असी की कहांगे बहुत चंगा है जी, जुबान तो बोलता ही नहीं। असीं तो उहदी बाहरी जुबान ही वेखी ना भी तो बोलता ही नहीं है। पर सतगुरु कहते तुसीं अंदर नहीं वेखिया, रब ने अंदर भी वेखिया है। आपां संसारी जीव आ, साडे सामने कोई बोल रहा असीं कहांगे बहुत बोल रहा है, जे साडे सामने कोई चुप कर जे असीं कहांगे तो बोलदा ही नहीं, इन्हें तो मौन रखिया। असीं अखां नाल वेखना, सिर्फ आ नज़रिए नाल असीं वेखना। ਜਿਹੜਾ बोल पिया ज़्यादा बोल पिया असीं कह देंगे तो बहुत ज़्यादा बोलता है, ਜਿਹੜਾ थोड़ा बोलेगा असीं कहांगे तो बहुत घट बोलता है, ਜਿਹੜਾ नहीं बोलेगा असीं कहांगे तो मौन ही रख के बैठा तो बोलता ही नहीं। हुण रब ने ना तो यह वेखना भी बहुता बोलता है, रब ने ना यह वेखना भी थोड़ा बोलता है, ते ना ही रब ने यह वेखना भी तो बोलता ही नहीं। वो तो अंदर दियां भी जानदा है कि ये जे जुबान करके चुप है कि अंदर भी ये शांति है, टिका है कि अंदर जूना ही लगियां हुई ने, लाइन बनी हुई वखरी वखरी जून दी। अंतर कल्प, अंतर की है कल्पनामा, पवाई है जोनी, वो जूना विच भटक, अंदर करके जूना च भटक रहा है, जुबान करके मोनी बन के बैठा है। ते जुबान करके मौन धारण करने वाले नूं मालिक कहंदे रब नहीं मिल जाना, ना वो जुबान दियां गल्लां नाल मिलदा ते ना वो जुबान करके चुप रहा मिलदा। वो जदों भी मिलेगा ते करनी तो मिलेगा, कथनी ते बदनी तो नहीं मिलेगा। करनी चाहिए उहदे वास्ते। सतगुरु कहंदे की करना पएगा, कथनी बदनी ना पाई है, हौमै विचों जाए। जे ओनू पाउणा है ना, ओनू पाउण वास्ते अपने अंदरों हौमै नू दूर करना पएगा। जे हौमै नू दिल तो दूर कर लईए फिर पाई है, फिर वो मिल जाता है। सतगुर मिले है सद भै रचै, कहंदे जे गुरु मिल जाए सदा वाहिगुरु जी दे मन विच, जे असी सदा हमेशा अपने मन दे अंदर प्रभु जी दा निर्मल भाव रखीए, आप वसै मन आए, वो आपे मन विच आके वस जांदा। यतन ही सी ना, सोचै सोच ना हो वही, जे सोची लख वार, चुपै चुप ना हो वही, जे लाए रहा लिवतार। भुखियां भुख न उतरी, जे बन्ना पुरियां भार,
सहस सियाणपां लख होहे तां एक न चलै नाल। किव सचियारा होई है किव कूड़ै टुटै पाल। हुक्म रजाई चलना नानक लिखिया नाल। पहलों कीते यतन उदू बाद विच ओनू हासिल करन दा तरीका। हुक्म रजाई चलना आ तरीका है कि रब मिल जाए। नानक लिखिया नाल पहलों मनुख द्वारा कीते जांदे कर्म सुचमता रखनी, चुप्पी धारण कर लैनी, सारियां पंडां बन बन रखी जानियां, अपने आप नूं सियाणा मन लेना, मेरे वर्गा सियाणा ही कोई नहीं। मालक कहंदे फिर भी किव सचियारा होई है। दस कि इन्हां तरीकिਆਂ नाल तू सच दे प्रकाश होण योग बन जाएगा। सच दे प्रकाश होण योग बनन वास्ते की करना पएगा? हुक्म रजाई चलना नानक लिखिया नाल। सतगुर मिले सद पै रचै आप वसै मन आए। गुरु नूं मिल के जे साडे मन अंदर प्रभु जी दा निर्मल भाव बन जाए, मालक कहंदे ओ आप हिरदे अंदर आ टिक जांदा है। जिन्नी चाखिया तिन्नी साध पाया, बिन चाखे परम पुलाए। अमृत साचा नाम है कहना कछु ना जाए। पीवत हूँ परवान पया पूरे शब्द समाए। किसी भी चीज का जिन्ना चिर अनुभव नहीं ना कीता उन्ना चिर उहदे बारे असीं बयान नहीं कर सकते। जिन्ना चिर किसी भी चीज का अनुभव नहीं किया। हुण इत्थे सतगुरु जी चखण की बात कर रहे, जिनी चाखिया। हुण जे असीं किसी पदार्थ की गल करिए भी आ पदार्थ कोई भी छकण वाला पदार्थ होवे, असीं उहदी परिभाषा देई जाइए उहदा स्वाद इदां दा हुंदा, उहदा स्वाद इदां दा हुंदा, आप चखिया ना होवे की परिभाषा देंगे, की डेफिनेशन देंगे भी उहदा टेस्ट किदां दा हुंदा, किदां दा स्वाद हुंदा, उहदा की डिफाइन करांगे उहनूं। ਉਹਨੂੰ डिफाइन करन वास्ते, ਉਹਨੂੰ परिभाषित करन वास्ते, डेफिनेशन देन वास्ते सानू चखना पएगा। फिर दसांगे भी ਇਹਦੇ ਵਿੱਚ ਕੀ स्वाद है, की रस है ਇਹਦੇ ਵਿੱਚ। ਜਿਹੜੀ चीज़ ਨੂੰ ਛਕਿਆ ही नहीं, ਜਿਹੜੀ चीज़ ਨੂੰ चखिया ही नहीं है, ਉਹਦੇ बारे की पता। भावें असीं जिन्नी मर्जी परिभाषा वड्डी करके दे दईए, ਉਹਦੀ परिभाषा दे के असीं किसी नूं नहीं दस सकते। फिर मन लैने असीं चख लिया, चखण तो बाद असीं दसन लग गए भी इदां दा है, इदां दा है। जिन्ना चिर दूजा नहीं चखदा उहनूं की पता लगेगा भी किदां दा है। जे असीं कुछ मिठा छकिया सानूं पता लग गया भी ये मिठा है। हुण दूजे नूं असीं लखां वारी कही जाइए भी आ मिठा है, मिठा है, वो छके तो ओदी वारी उन्होंने मिठा महसूस ही ना हो, अगला की कहेगा तू तो सवेर का झूठ बोली जाना, इदा ही होएगा ना। असीं छकिया सी वो मिठा सी, हो सकता जो ओदी छकण की वारी आई हो दूजे रूप में बनाया गया हो, दूजे तरीके नाल बनाया गया हो, वो छके ते ओ कहे भी तू सवेर का मैनू दसन लगा मिठा मिठा मिठा, मैं छकिया इहदे विच ते मिठा है ही कुछ नहीं, तू तो सवेर का झूठ बोली जाना। जिन्ना चिर चख नहीं लेंदे उन्ना चिर अनुभव नहीं। सतगुरु कहंदे बिन जिन्नी चखिया तिन्नी साध पाया, जिन्ना ने चखिया उन्ना ही स्वाद माणिया। बिन चाखे परम भुलाए, बिना चखिया की है परम भुलाए, परम विच भुले फिरदे ने। हुण जिन्हां नूं ते रब दा पता लग गया वो तो समझ गए भी रब किदां दा है।
जिन्हां नूं नहीं लग्या भटकदे फिरदे ने। लोग भरमाई जांदे ओ भटकी जांदे, लोग जिवें दसी जांदे उवें ओ मन्नी जांदे ने, क्योंकि अजे तक उन्हां वेखिया ही नहीं। इसे करके भगत नामदेव जी कहते कोई बोले निर्वाह कोई बोले दूर, जल की माछुली चढ़े खजूर, काए रे बकबाद लगायो, जिन हर पायो तिन्ह छपायो। बाबा कबीर जी जदों आखदे कहो कबीर गूंगे गुड़ खाया, पूछे ते क्या कहिया, दसांगे की। ये तो रस ही इदां दा भी जेड़ा चखदा वही जानदा। और चेते रखियो परमेश्वर जी नूं जे असी माणिया है, हो सकदा साडे मानण दा तरीका होर होवे ते जदों कोई दूजा माणे उहदा तरीका होर होवे ते उत्थे असी ये नहीं कह सकते जिवें मैं माणिया उवें ही दूजा माणे। जिहड़ी प्रसन्नता मैनू मिली है उवें ही प्रसन्नता दूजे नूं मिले। हो सकता जिन्नी प्रसन्नता मैनू मिली है मेरे तो वध के दूजा लै जाए, मैं उहनूं घट जी रखी फिरां। नहीं, रब जी नूं हर एक जीव दे मानण दा अनुभव वखरा होएगा। इसे करके साहिब कहंदे जिन्नी चाखिया तिन्नी साध पाया, बिन चाखे भरम भुलाए, बिना चखिया भटकना और भरम दे विच ही जीव भुलिया फिरदा है। आपे देता पाईऐ, होर करना किसु ना जाए, देवन वाले कै हाथ दात है, गुरु द्वारे पाए, जिहा की तोण तेहा हुआ, जेहे कर्म कमाए। फिर साहिब जी आखदे अमृत साचा नाम है। रब जी का नाम जिहड़ा वो मृत्यु तो रहत कर देण वाला, कहना कछू ना जाए, उहदे बारे कुछ आखिया नहीं जा सकता। ਜਿਹੜਾ ਉਹਨੂੰ ਪੀ ਲੈਂਦਾ ਪੀਵਤ ਹੂੰ ਪ੍ਰਵਾਨ ਭਇਆ, ਪੂਰਾ ਸ਼ਬਦ ਸਮਾਏ, ਉਹ ਸ਼ਬਦ ਦੇ ਰਾਹੀਂ ਉਹਦੇ ਵਿੱਚ ਸਮਾ ਜਾਂਦਾ। ਆਪੇ ਦੇ ਤਾਂ ਪਾਈਐ, ਜੇ ਉਹ ਆਪ ਕਿਰਪਾ ਕਰੇ ਫਿਰ ਮਿਲਦਾ ਹੈ। ਹੋਰ ਕਰਨਾ ਕਿਛੂ ਨਾ ਜਾਏ, ਅਸੀਂ ਕੁਝ ਕਰ ਨਹੀਂ ਸਕਦੇ, ਨਾ ਹੀ ਸਾਡੇ ਵੱਸ ਦੀ ਕੋਈ ਬਾਤ ਹੈ। ਦੇਵਣ ਵਾਲਾ ਕੈ ਹੱਥ ਦਾਤ ਹੈ, ਉਸ ਦੇਣ ਵਾਲੇ ਦੇ ਹੱਥ ਵਿੱਚ ਦਾਤ ਹੈ। पर दात मिलती कित्थों है? गुरु द्वारे पाए, गुरु दर तो जाके वो दात मिलती है। जेहा की तोन तेहा हुआ, जेहे कर्म कमाए। साहिब कहते जिवें उन्हें कीता उवें हुंदा है। मनुख जिद्दां दे कर्म करदा उदां दा जीव नूं मिल जांदा है। नाल नाल मैं धन गुरु रामदास पातशाह सोढी सुल्तान साहिब चौथे पातशाह जी, उन्होंने दे जीवन नूं भी आपां सांझियां करते चलीए। अज सतगुरु रामदास पातशाह जी का प्रकाश पुरब है। आप सरबत संगतां नूं धन गुरु रामदास पातशाह जी के प्रकाश पुरब दियां बेअंत बेअंत वधाइयां होवन जी। सतगुरु धन गुरु रामदास पातशाह जी का जदों जीवन पढ़ते हैं ना, गुरु नानक साहिब जी तो लैके धन गुरु कलगीधर साहब तक जिस भी गुरु साहिब का जीवन पढ़ते हैं, हर गुरु साहिब का जीवन हैरानीजनक ही है। हर गुरु साहिब का, हर गुरु साहिब जी का जीवन का पहलू अलग अलग है, हर पक्ष तो अलग है। गुरु अंगद भाई लैणा जी का पढ़ांगे, गुरु अंगद साहब का जीवन पढ़ांगे, उन्हों का अपने पक्ष तो हैरानीजनक, गुरु अमरदास जी का अपने पक्ष तो। इस तरह जो भाई जेठा जी का जीवन पढ़ते हैं, धन गुरु रामदास साहब जी का, इन्हों का जीवन भी हैरानीजनक है अपने पक्ष तो। ख्याल रखिए, सतगुरु रामदास पातशाह जी भाई जेठा जी तकरीबन जिहड़ा इतिहासकारां जिक्र किया, पिता हरदास जी, माता दया कौर, अनूप कौर भी लफ्ज
नाम जिहड़ा वो वरतिया जांदा, दोवें नाम प्रचलित माता जी दे। आनंद कारज विआह तो तकरीबन 12 सालां बाद घर दे विच पुत्र औलाद रूप वजों जन्म लैंदा। 12 सालां बाद। ते सन 1534 है चूनी मंडी लाहौर, जिथे हीरियां दे टुकड़ियां दा व्यापार हुंदा। हीरियां दा व्यापार हुंदा। लाहौर दी धरती दे उत्ते। जे क्योंकि जदों महान कोश पढ़ांगे तो उन्होंने चूनी मंडी क्या ही इस करके जांदा भी उत्थे जिहड़ा हीरे ने जां होर कई तरह के कीमती पदार्थ जिहड़े उत्थे उन्हां दा व्यापार कीता जांदा। वो एक बड़ा वड्डा अस्थान है, बड़ा वड्डा, कोई छोटा नहीं भी असी कह दी एक निक्की जी मंडी होनी तो जिथे बह के लैके बैठे होणगे। चूनी मंडी लाहौर या चूना मंडी लाहौर इस तरीके लफ्ज वरते जाते। संसारक तौर उत्ते भी उत्थे हीरियां दा व्यापार हुंदा ते अकाल पुरख ने भी रहमत कीती, उत्थे एक हीरे दा ही अवतार सतगुरु जी दे रूप विच पैदा कीता है। भाई जेठा जी एक हीरा रूप वजों ही माता दया जी दी, माता दया कौर दी, अनूप कौर जी दी कुख तो पैदा हो रहे, अवतार ले रहे। एक हीरा ही है जिहड़ा अकाल पुरख परमेश्वर जी ने लाहौर दी धरती उत्ते आप भेजिया है। घर दे विच पहली औलाद सी, समा भी बहुत गुजर चुका विआह तो 12 सालां बाद, और एक आस सी माता दे हिरदे विच भी ते पिता दे हिरदे विच भी, साडे घर च औलाद होवे ते ओ औलाद पैदा होवे, ओ बालक पैदा होवे जिहड़ा साडे नाम नूं रोशन करे। अकाल पुरख परमेश्वर ने भाग लाए, घरे भाई जेठा जी का जन्म होया। पहली औलाद 12 साल बाद भाई जेठा जी घर विच आए, भाग लगने शुरू होए, एक बालक फिर जन्म लैंदा है। इतिहासकार ने ना हरदयाल करके लिखिया, गुरु रामदास पातशाह जी दे छोटे भरा भाई जेठा जी दे। फिर उदू बाद विच एक भैन जन्म लैंदी है जिहदा नां इतिहास ने बीबी रमदासी करके लिखिया, भाई जेठा जी दे छोटे भैन जी। किथे 12 साल बाद औलाद दा पैदा होना ते मुड़ रहमतां ही रहमतां कह सकते हैं। जिस पासे गुरु रामदास साहब दे चरण पै जाण उस पासे रहमतां ही ने, वो कदे थां रहमतां तो सखणी नहीं रही। खैर जो करतार नूं भावे उहदे अगे जोर कीदा, उहदे अगे ताकत कीदी है। 1534 दे अंदर तकरीबन 4 गुरु साहिबान जिहड़े उह धरती दे उपर ने। गुरु नानक साहब, भाई लहणा जी, गुरु अंगद साहब, धन गुरु अमरदास पातशाह ते चौथे भाई जेठा गुरु रामदास, इक्को टाइम विच 4 गुरु साहिबान धरती उपर ने। गुरता गद्दी गुरु नानक साहब कोल ही है। गुरु नानक साहिब जी की सेवा दे विच तत्पर होए हुए ने धन गुरु अंगद साहब, भाई लहणा जी 1534 विच, क्योंकि 39 विच आके गुरता गद्दी मिलनी। ते तीजे नंबर उत्ते जदों अवतार 4 गुरु साहिबाना की गल करांगे, 1504 दे विच धन गुरु अंगद साहब जी अवतार लेंदे, 34 विच गुरु नानक साहब की शरण विच ने। 1479 दे विच गुरु अमरदास पातशाह जी का अवतार है, ते उस वक्त वह भी बासरके की धरती उत्ते विचर रहे ने, और बासरके की धरती ते विचरदियां होया अपना धर्म कमा रहे, निभा रहे ने, वो अपने कर्मां अनुसार लगे हुए। 1534 दे विच लाहौर की धरती उत्ते चौथे गुरु साहिब धन गुरु रामदास पातशाह भाई जेठा जी के रूप च अवतार लेंदे ने। ते तकरीबन 5 सालां तक चारे दे चारों गुरु साहिबान धरती ते ने, 1534 तो लैके 1539 तक, क्योंकि 39 विच धन गुरु नानक साहब जी फिर ज्योति जोत समा जाते। फिर 3 गुरु साहिबान अजे भी मौजूद ने। खैर तकरीबन जिमें इतिहासकारां जिक्र किया भी
भाई जेठा जी हुण हैन ते घर विच सारिਆਂ ਤੋਂ ਵੱਡੇ ही, भैणां भरावां ਤੋਂ सब ਤੋਂ ਵੱਡੇ ने। ਵੱਡੇ होण दे नाते एक जिम्मेवारी बन जाती है छोटियां दा ख्याल रखना। अपनी उम्र भावें थोड़ी होवे पर फिर भी वड्डे नूं एक चाह हुंदा, एक इच्छा हुंदी है कि मैं अपने छोटियां दा ख्याल रखां, अपने तो निक्कियां दा ध्यान भी रखां, उन्हां नूं भी संभालां। बड़े सियाणे भी ने, सूझवान भी ने। मां बाप की जिहड़ी इच्छा है तो वह भाई जेठा जी के कर्मां तो नज़र आ रहा है, एक दिन आएगा भी जिदन ये साडे नाम नूं रोशन करेगा। मां नूं भी दिस रहा ते पिता नूं भी दिस रहा, कर्मां तो नज़र आ रहा। करतार दी कुदरत कुछ होर कह रही है। तकरीबन 7 सालां दी उम्र हुई, माता दा साया भी उठिया ते पिता दा साया भी सिर तो चले गया। 7 सालां दी उम्र विच भाई जेठा जी, भाई हरदयाल जी ते बीबी रमदासी जी तिन्नां दे कन्नां च ओह आवाज़ पैनी शुरू हो गई है जो दुनिया का कोई बच्चा सुनना नहीं चाहता। आवाज़ कन्नां च अनाथ लफ्ज वजों पैण लग पई, तिनों ही अनाथ हो गए। वो भाई जेठा जी दे कन्नां च भी पैंदी भी अनाथ हो गया, वो भाई हरदयाल जी दे कन्नां च भी पैंदी है भी ये भी अनाथ हो गया। इथों तक कहण लग पे लोग जेठा ते अपनी सुरत थोड़ी बहुत संभाल गया, निक्कियां दा की बनेगा हुण। अपना अपना अंदाजा है, तकाजा है। नानी नूं पता है भी ना धी रही ते ना जवाई रहा, बासर के दी धरती ते लियाउण तो पहला कुछ चिर नानी लाहौर दी धरती ते रुकदे ने। और चेते रखियो भाई जेठा जी दी उम्र छोटी है, शाहूकारी करन वाली नहीं सी। पिता दा कारज है हालांकि शाहूकारी, पर वो कारज करन दी उम्र नहीं सी। ते दूजे पासे जिहड़े शरीक ने वो चाहुंदे भी नहीं भी हुण ये कारज संभाले, उन्हां विच रहना भी मुश्किल हो गया। जिस करके नानी कुछ समय जो उत्थे रहे ना, सारे हालात वेख लए भी इत्थे मेरे बालक मेरे बच्चे रह सकते कि नहीं रह सकते। वो सारे हालातां नूं उन्होंने सारे हालातां नूं भास लिया भी हालात की कह रहे ने। वेख्या उथे शरीकां दे हाव भाव, उन्हां दा वरताओ किदां दा, वो बच्चों नूं किस नज़रिए नाल वेख रहे, सारा कुछ वेखण तो बाद फिर नानी द्वारा फैसला लिया जांदा भी नहीं हुण मैं इत्थे नहीं छड्डना, इन्हां नूं अपने नाल ही लै जाना। और उथे जाके फिर बासर के दी धरती उत्ते छाबड़ी लाउण दी बात कीती जांदी है। ते गुरु रामदास भाई जेठा जी घुंगणियां दी छाबड़ी लैके ते प्रिंसीपल सतबीर सिंह जी ने जिक्र किया, कहंदे नदी दे किनारे ते चले जांदे, उत्थे जाके बह जांदे ते होका लाउंदे भी लोग आउणगे ते घुंगणियां लैके ते उथों छकणगे, वटत जिन्नी होएगी ठीक है। उत्थे रोज़ाना जाना ते एक दिन की होया भी एक मनुख चल के आया, नदी तो पारले पासियों चल के आया ते आके कहंदा भी लिया एक मुठ मैनू खवा। उन्हें देती, भाई जेठा जी ने घुंगणियां दी एक मुठ उन्हें दिती, उन्हें छकी, उन्हें होर मंगी, एक होर देती। फिर कहंदा भी इयों कर सारियां नूं ही वंड दे। ते भाई जेठा जी ने ना सारी ही छाबड़ी जिन्नी उन्हां कोल सी समर्था छाबड़ी विच चुक के घुंगणियां लैके आउण, सारियां ही वंडतियां।
ਪ੍ਰਿੰਸੀਪਲ ਸਤਬੀਰ ਸਿੰਘ ਨੇ ਜ਼ਿਕਰ ਕੀਤਾ, ਕਹਿੰਦੇ ਮਾਨੋ ਇਉਂ ਲੱਗਦਾ ਸੀ ਜਿਵੇਂ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਨੇ ਸੱਚਾ ਸੌਦਾ ਕੀਤਾ, ਅੱਜ ਚੌਥੇ ਜਾਮੇ 'ਚ ਭਾਈ ਜੇਠਾ ਫਿਰ ਦੁਹਰਾ ਰਿਹਾ ਉਸੇ ਸੱਚੇ ਸੌਦੇ ਨੂੰ। ਬੈਠਾ ਜਿਹੜਾ ਘਰੋਂ ਇਹ ਆਸ ਲੈ ਕੇ ਆਇਆ ਕਿ ਵਟਤ ਲੈ ਕੇ ਜਾਣਾ, ਉਹ ਵੰਡਣ ਲੱਗਾ ਹੋਇਆ। ਘਰੋਂ ਸਿਖਾ ਕੇ ਤੇ ਮਹਿਤਾ ਕਲਿਆਣ ਦਾਸ ਨੇ ਵੀ ਇਹੀ ਤੋਰਿਆ ਸੀ ਨਾ, ਸੱਚਾ ਸੌਦਾ ਕਰਕੇ ਆਉਣਾ, ਵੱਟ ਕੇ ਲੈ ਕੇ ਆਈ ਕੁਛ। ਤੇ ਨਾਨੀ ਨੇ ਵੀ ਤੇ ਇਹੀ ਸਿਖਾ ਕੇ ਤੋਰਿਆ ਹੋਣਾ ਵੀ ਪੁੱਤਰਾ ਤੂੰ ਵਟਤ ਲੈ ਕੇ ਆਉਣੀ ਤੇ ਘਰ ਦਾ ਗੁਜ਼ਾਰਾ ਚੱਲਣਾ। ਸਿਖਾ ਕੇ ਤੇ ਇਹੀ ਤੋਰਿਆ ਹੋਣਾ ਨਾ। ਤੇ ਉਦੋਂ ਗੁਰੂ ਨਾਨਕ ਸਾਹਿਬ ਜੀ ਨੇ ਜੋ ਭਲਾ ਸਮਝਿਆ ਮਾਲਕ ਨੇ ਉਹ ਕੌਤਕ ਵਰਤਾਇਆ। ਸਤਿਗੁਰੂ ਜਾ ਕੇ ਲੋੜਵੰਦਾਂ ਦੀ ਸਹਾਇਤਾ ਕਰ ਦਿੰਦੇ। ਸਰੀਰ ਹੀ ਬਦਲਣਾ ਹੈ ਨਾ, ਕਾਇਆ ਹੀ ਬਦਲਣੀ ਹੈ। ਜੋਤ ਤੇ ਜੁਗਤ ਉਹ ਰਹਿਣੀ ਹੈ, ਜੋਤ ਵੀ ਉਹੀ ਹੈ, ਜੁਗਤੀ ਵੀ ਉਹੀ ਹੈ, ਸਿਰਫ ਕਾਇਆ ਬਦਲ ਜਾਣੀ ਹੈ। ਤੇ ਚੇਤੇ ਰੱਖੋ ਉਹੀ ਜੋਤ ਉਹੀ ਜੁਗਤੀ ਮੁੜ ਫਿਰ ਬਾਸਰਕੇ ਦੀ ਧਰਤੀ ਉੱਤੇ ਸੱਚਾ ਸੌਦਾ ਕਰਦੀ, ਫਿਰ ਘੁੰਗਣੀਆਂ ਵੰਡਦੀ ਹੈ। ਉਦੋਂ ਰੁਪਈਆਂ ਦੀ ਚਿੰਤਾ ਕੋਈ ਨਹੀਂ ਸੀ, ਪਰ ਹੁਣ ਇੱਥੇ ਇਹ ਵੀ ਦਿਸ ਰਿਹਾ ਜੇ ਵਟਤ ਨਾ ਹੋਈ ਤੇ ਘਰ ਦਾ ਗੁਜ਼ਾਰਾ ਔਖਾ ਹੋ ਜਾਣਾ। ਪਰ ਬਾਬੇ ਨੇ ਆਪਣਾ ਪੇਟ ਨਹੀਂ ਦੂਜਿਆਂ ਦਾ ਵੇਖਿਆ ਵੀ ਮੈਂ ਦੂਜਿਆਂ ਨੂੰ ਦੇਣ ਵਾਸਤੇ ਆਇਆ। ਕਈ ਵਾਰ ਆਪਣਾ ਆਪਾ ਛੱਡਣਾ ਵੀ ਪਏਗਾ, ਔਰ ਛੱਡਿਆ। ਵਾਪਸ ਪਰਤੇ। ਨਾਨੀ ਨੇ ਪੁੱਛਿਆ, ਦੱਸ ਤਾਂ ਸਾਰਾ ਕੁਝ ਵੀ ਆਹ ਕਲਾ ਵਰਤੀ ਹੈ। ਤੇ ਨਾਨੀ ਨੇ ਅੱਖਾਂ ਚੋਂ ਹੰਝੂ ਕੇਰਦਿਆਂ ਨਾ ਰੱਬ ਅੱਗੇ ਇੱਕ ਅਰਜ਼ੋਈ ਕੀਤੀ ਵੀ ਰੱਬਾ ਜੇ ਜੇਠੇ ਨੂੰ ਦਿਲ ਏਡਾ ਵੱਡਾ ਦੇ ਕੇ ਭੇਜਿਆ ਤੇ ਫਿਰ ਇਉਂ ਕਰਦਾ ਵੀ ਇਹਦੇ ਹੱਥਾਂ ਵਿੱਚ ਵੀ ਬਹੁਤ ਕੁਝ ਦੇ ਕੇ ਭੇਜਦਾ ਵੀ ਇਹ ਵਾਕਈ ਵੰਡਦਾ ਨਾ ਥੱਕਦਾ। ਦਿਲ ਤੇ ਬੜਾ ਵੱਡਾ ਉਦਾਰ ਚਿੱਤ ਤੇ ਬਣਾਇਆ, ਪਰ ਹੱਥਾਂ ਵਿੱਚ ਕੁਝ ਦਿੱਤਾ ਨਹੀਂ। ਇਹਦੇ ਹੱਥਾਂ ਵਿੱਚ ਵੀ ਦੇ ਤਾਂ ਜੋ ਇਹਦੀ ਉਦਾਰਤਾ ਅਨੁਸਾਰ ਇਹ ਵੰਡ ਸਕੇ। ਇਹ ਉਸੇ ਤਰ੍ਹਾਂ ਹੀ ਵੰਡਦਾ ਰਹੇ ਜਿੱਦਾਂ ਦਾ ਇਹਦਾ ਉਦਾਰ ਚਿੱਤ ਹੈ। ਕਹਿ ਸਕਦੇ ਆ ਰੱਬ ਨੇ ਨਾਨੀ ਦੀ ਵੀ ਨੇੜਿਓਂ ਹੋ ਕੇ ਸੁਣੀ, ਪਿਤਾ ਜੀ ਦੀ ਵੀ ਨੇੜਿਓਂ ਹੋ ਕੇ ਸੁਣੀ, ਤੇ ਮਾਤਾ ਅਨੂਪ ਕੌਰ ਜੀ ਦੀ ਵੀ ਨੇੜਿਓਂ ਹੋ ਕੇ ਸੁਣੀ। ਸਾਡਾ ਪੁੱਤਰ ਸਾਡਾ ਨਾਂ ਰੌਸ਼ਨ ਕਰੇ। ਨਾਨੀ ਆਖਦੀ ਹੈ ਰੱਬਾ ਹੱਥਾਂ ਵਿੱਚ ਕੁਝ ਦੇ। ਤੇ ਕਿਹੜੀ ਗੱਲ ਦੀ ਕਮੀ ਹੈ ਜਦੋਂ ਭਾਈ ਜੇਠਾ ਧੰਨ ਗੁਰੂ ਰਾਮਦਾਸ ਸਾਹਿਬ ਬਣਦੇ ਨੇ। ਤਕਰੀਬਨ 7 ਸਾਲਾਂ ਦੀ ਉਮਰ ਜਿੱਦਣ ਨਾਨੀ ਲੈ ਜਾਂਦੀ ਹੈ, 11 ਸਾਲ ਦੀ ਉਮਰ ਹੈ ਜਿਸ ਦਿਨ ਭਾਈ ਜੇਠਾ ਜੀ ਦਾ ਮਿਲਾਪ ਬਾਪੂ ਅਮਰਦਾਸ ਨਾਲ ਹੁੰਦਾ। 11 ਕੁ ਸਾਲਾਂ ਦੀ ਉਮਰ। ਕਿਉਂਕਿ ਉੱਥੇ ਬਾਸਰਕੇ ਦੀ ਧਰਤੀ ਦੇ ਰਹਿਣ ਵਾਲੇ ਗੁਰੂ ਅਮਰਦਾਸ ਸਾਹਿਬ ਜੀ, ਉੱਥੇ ਹੀ ਭਾਈ ਜੇਠਾ ਜੀ ਵਿਚਰਨ ਵਾਲੇ। ਗੁਰੂ ਅਮਰਦਾਸ ਸਾਹਿਬ ਧਾਰਮਿਕ ਵਿਚਾਰਾਂ ਦੇ ਮਾਲਕ ਨੇ। ਚਾਹੇ ਆਪਾਂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਜਾਣ ਤੋਂ ਪਹਿਲਾਂ ਦੀ ਬਾਤ ਕਿਉਂ ਨਾ ਕਰ ਲਈਏ, ਵਿਚਾਰਾਂ ਤੇ ਧਾਰਮਿਕ ਹੀ ਨੇ ਨਾ। ਔਰ ਕਿਤੇ ਕਿਤੇ ਭਾਈ ਜੇਠਾ ਜਾ ਕੇ ਗੁਰੂ ਅਮਰਦਾਸ ਬਾਪੂ ਅਮਰਦਾਸ ਕੋਲ ਬੈਠ ਜਾਂਦਾ ਹੈ। ਕਾਹਦੇ ਲਈ? ਵਿਚਾਰਾਂ ਕਰਨ ਵਾਸਤੇ। ਕੁਝ ਸਿੱਖਣ ਨੂੰ ਹੀ ਮਿਲੇਗਾ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਉਹਨਾਂ ਦੇ ਜੀਵਨ ਵਿੱਚੋਂ ਮਿਲਦਾ ਨਾ ਵੀ ਉਹ ਨਿੱਕੀ ਉਮਰੇ ਹੀ ਸਾਧੂਆਂ ਕੋਲ ਜਾ ਕੇ, ਸੰਤਾਂ ਕੋਲ ਜਾ ਕੇ, ਰੱਬ ਦੇ ਪਿਆਰਿਆਂ ਕੋਲ ਜਾ ਕੇ ਬੈਠਣਾ ਉਹਨਾਂ। ਉਸੇ ਤਰ੍ਹਾਂ ਭਾਈ ਜੇਠਾ ਜੀ ਵੀ ਆ ਜਾਂਦੇ ਨੇ ਬਾਪੂ। ਕਿਉਂਕਿ ਜਦੋਂ ਸੁਭਾਵ ਮਿਲਾਪੜਾ ਹੋਏਗਾ ਨਾ ਤੇ ਉਦੋਂ ਸਹਿਜ ਸੁਭਾਅ ਨਗਰ ਦੇ ਲੋਕ ਸਾਡੇ ਕੋਲ ਚੱਲ ਕੇ ਆ ਜਾਂਦੇ ਨੇ ਜਦੋਂ ਅਸੀਂ ਮਿਲਾਪੜੇ ਸੁਭਾਵ ਦੇ ਮਾਲਕ ਹੋਵਾਂਗੇ। ਖਾਸ ਕਰਕੇ ਬਾਲਕ ਬੱਚੇ ਉਦੋਂ ਚੱਲ ਕੇ ਆਉਂਦੇ ਜਦੋਂ ਅਸੀਂ ਪ੍ਰੇਮ ਭਰੇ ਸੁਭਾਵ ਦੇ ਮਾਲਕ ਹੁੰਨੇ ਆ।
ਤੇ ਬਾਪੂ ਅਮਰਦਾਸ ਜੀ ਦਾ ਸੁਭਾਅ ਬੜਾ ਮਿਲਾਪ ਵਾਲਾ, ਮਿਲਣਸਾਰ, ਮਿਲਾਪੜ ਹੈ। ਭਾਈ ਜੇਠਾ ਜੀ ਅਕਸਰ ਆ ਜਾਇਆ ਕਰਦੇ। ਫਿਰ ਸਮਾਂ ਗੁਜ਼ਰਦਾ ਹੈ, ਹਾਲਾਤ ਤਬਦੀਲ ਹੁੰਦੇ ਨੇ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਜਾਂਦੇ ਗੁਰੂ ਅਮਰਦਾਸ ਸਾਹਿਬ ਕੋਲ। ਉੱਥੇ ਰਹਿ ਕੇ ਫਿਰ ਉਹਨਾਂ ਦੀ ਲਗਾਤਾਰ ਸੇਵਾ ਵਿੱਚ ਜੁਟੇ ਰਹਿਣਾ, ਲਗਾਤਾਰ ਸੇਵਾ ਵਿੱਚ ਲੱਗੇ ਰਹਿਣਾ। ਕੋਈ ਆਸ ਨਹੀਂ, ਕੋਈ ਇੱਛਾ ਨਹੀਂ, ਕੋਈ ਮਨ ਅੰਦਰ ਲਾਲਸਾ ਨਹੀਂ। ਬਸ ਇੰਨਾ ਹੈ ਕਿ ਗੁਰੂ ਅਮਰਦਾਸ ਦੇ ਦਰ ਤੇ ਹਾਂ, ਸਤਿਗੁਰੂ ਆਪੇ ਪੱਤ ਢਕਣਗੇ, ਮਾਲਕ ਆਪੇ ਲਾਜ ਰੱਖਣਗੇ। ਇੱਥੇ ਸੇਵਾ ਕਰਨਾ ਮੇਰੀ ਜ਼ਿੰਮੇਵਾਰੀ, ਮੇਰਾ ਫਰਜ਼ ਹੈ। ਮੈਂ ਇਹਨਾਂ ਦਾ ਸਿੱਖ ਹਾਂ, ਇਹਨਾਂ ਦਾ ਸੇਵਕ ਹਾਂ। ਜਾਂ ਇਉਂ ਕਹਿ ਸਕਦੇ ਹਾਂ, ਭਾਈ ਜੇਠਾ ਜੀ ਨੇ ਇਹ ਵੀ ਸੋਚਿਆ ਹੋਵੇਗਾ, ਇੱਥੋਂ ਪ੍ਰਸ਼ਾਦਾ ਛਕਦਾ ਹਾਂ ਤੇ ਸੇਵਾ ਕਰਨਾ ਮੇਰਾ ਫਰਜ਼ ਬਣਦਾ ਹੈ। ਲੋੜ ਪੂਰੀ ਹੁੰਦੀ ਹੈ। ਨਾਨੀ ਦਾ ਸਾਇਆ ਵੀ ਤੇ ਸਿਰ ਤੋਂ ਚਲਾ ਹੀ ਗਿਆ ਨਾ। ਉਦੋਂ ਬਾਅਦ ਚ ਹੁਣ ਸਾਰੀ ਜ਼ਿੰਮੇਵਾਰੀ ਦੋਵਾਂ ਭੈਣਾਂ ਭਰਾਵਾਂ ਦੀ ਵੀ ਜ਼ਿੰਮੇਵਾਰੀ ਸਿਰ ਉੱਤੇ ਹੈ। ਪਹਿਲੋਂ ਤੇ ਨਾਨੀ ਆਸਰਾ ਦੇ ਦਿੰਦੀ ਹੈ, ਫਿਰ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਰਹਿ ਕੇ ਸੇਵਾ ਕਰਨੀ। ਉਹ ਸੇਵਾ ਜਦੋਂ ਕੀਤੀ ਨਾ, ਸਮਾਂ ਆਇਆ, ਸੇਵਾ ਥਾਂ ਪਈ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਦਾ ਆਨੰਦ ਕਾਰਜ ਗੁਰੂ ਰਾਮਦਾਸ ਸਾਹਿਬ ਨਾਲ ਕੀਤਾ। ਜਿਹੜੇ ਲੋਕ ਕਦੇ ਇਹ ਕਹਿੰਦੇ ਸਨ ਕਿੰਨੇ ਪਾਲਣਾ, ਕਿੰਨੇ ਸੰਭਾਲਣਾ, ਕਿੰਨੇ ਧੀ ਦੇਣੀ, ਨਾ ਕੋਈ ਕੁੱਲ, ਨਾ ਕੋਈ ਅੱਗੇ ਪਰਿਵਾਰ ਨਜ਼ਰ ਆਉਂਦਾ। ਔਰ ਸੱਚਮੁੱਚ ਇਹ ਲੋਕਾਂ ਦੀ ਸੋਚ ਹੈ। ਪਰ ਉਦੋਂ ਅਕਾਲ ਪੁਰਖ ਪਰਮੇਸ਼ਵਰ ਔਰ ਕੁਦਰਤ ਜਾਣਦੀ ਹੈ, ਭਾਈ ਜੇਠਾ ਵਰਗਾ ਕਿਸੇ ਨਹੀਂ ਬਣਦਾ। ਔਰ ਜਿਹੜੀ ਧੀ ਭਾਈ ਜੇਠਾ ਜੀ ਨੂੰ ਆਪਣੀ ਪਤਨੀ ਦੇ ਰੂਪ ਵਜੋਂ ਮਿਲਣੀ ਨਾ, ਉਸ ਧੀ ਵਰਗੀ ਵੀ ਕਿਸੇ ਨੇ ਨਹੀਂ ਬਣ ਜਾਣਾ। ਬੀਬੀ ਭਾਨੀ ਵਰਗਾ ਕੌਣ ਬਣੇਗਾ? ਪਿਤਾ ਵੀ ਗੁਰੂ, ਪਤੀ ਵੀ ਗੁਰੂ, ਪੁੱਤਰ ਵੀ ਗੁਰੂ ਬਣ ਜਾਣਾ ਕਿਸੇ ਨੇ ਬੀਬੀ ਭਾਨੀ ਵਰਗਾ। ਆਪ ਸੰਗਤ ਨੇ ਕੱਲ ਦੇ ਦੀਵਾਨਾਂ 'ਚ ਸਰਵਣ ਕੀਤਾ ਪਾਵਨ ਸ਼ਬਦ, ਪਾਵਨ ਬਚਨ ਗੁਰੂ ਪਾਤਸ਼ਾਹ ਜੀ ਦਾ, ਜਿੱਥੇ ਸਤਿਗੁਰੂ ਨੇ ਜਨਨੀ ਦੀ ਗੱਲ ਕੀਤੀ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਇੱਥੇ ਜਨਨੀ ਤੇ ਹੈ ਹੀ ਹੈ, ਪਰ ਪਤੀ ਵੀ ਨਾਲ ਗੁਰੂ। ਤੇ ਜਿਸ ਘਰ ਵਿੱਚ ਜਨਮ ਲਿਆ ਉਹ ਪਿਤਾ ਵੀ ਗੁਰੂ। ਤੇ ਕੀ ਬੀਬੀ ਭਾਨੀ ਵਰਗਾ ਬਣ ਜਾਣਾ ਕਿਸੇ? ਭਾਈ ਜੇਠਾ ਜੀ ਨਾਲ ਆਨੰਦ ਕਾਰਜ ਹੋਏ। ਸਾਰੇ ਪਾਸੇ ਰਿਸ਼ਤੇਦਾਰਾਂ ਵਿੱਚ ਵੀ ਬਾਤ ਪ੍ਰਚਲਿਤ ਕਿ ਉਹ ਗੁਰੂ ਅਮਰਦਾਸ ਸਾਹਿਬ ਦੇ ਜਵਾਈ ਬਣ ਗਏ। ਭਾਈ ਜੇਠਾ ਜੀ ਰਿਸ਼ਤੇਦਾਰਾਂ ਨੂੰ ਅੱਜ ਖਿਆਲ ਆ ਗਿਆ ਵੀ ਸਾਡਾ ਹੀ ਹੈ। ਆ ਗਏ ਸਾਰੇ ਵੀ ਉਹ ਤੇ ਠਾਠ ਬਾਠ ਨਾਲ ਰਹਿੰਦਾ ਹੋਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਜਾ ਕੇ ਵੇਖਿਆ, ਸਾਰਿਆਂ ਦੇ ਪੈਰਾਂ ਥੱਲੋਂ ਫੇਰ ਜ਼ਮੀਨ ਖਿਸਕ ਗਈ ਵੀ ਆ ਕੀ? ਗੁਰੂ ਅਮਰਦਾਸ ਸਾਹਿਬ ਦਾ ਜਵਾਈ ਕੱਪੜੇ ਮਿੱਟੀ ਨਾਲ ਲਿਬੜੇ ਹੋਣ ਤੇ ਚੁੱਕਿਆ ਸਿਰ ਤੇ ਟੋਕਰਾ ਹੋਵੇ, ਇਹ ਕਿਵੇਂ ਹੋ ਸਕਦਾ? ਔਰ ਸਾਰੇ ਹੈਰਾਨ ਸੀ। ਉਹਨਾਂ ਭਾਈ ਜੇਠੇ ਨਾਲ ਤੇ ਵਿਚਾਰ ਜਿਹੜੀ ਕਰਨੀ ਸੀ ਉਹ ਬਾਅਦ ਦੀਆਂ ਗੱਲਾਂ। ਗੁਰੂ ਅਮਰਦਾਸ ਸਾਹਿਬ ਕੋਲ ਆ ਗਏ, ਤੁਸੀਂ ਤੇ ਸਿਆਣੇ ਹੋ, ਤੁਹਾਡਾ ਜਵਾਈ ਹੈ, ਤੁਸੀਂ ਕਿਹੜੇ ਕੰਮੇ ਲਾਇਆ? ਉਹ ਆਖਦੇ ਨੇ ਭਾਈ ਜੇਠਾ ਜੀ ਨੂੰ ਪਤਾ ਵੀ ਕੁਝ ਨਾ ਕੁਝ ਜ਼ਰੂਰ ਬੋਲਣਗੇ ਜਾ ਕੇ। ਟੋਕਰਾ ਰੱਖਿਆ, ਆਏ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ, ਚਰਨਾਂ ਤੇ ਹੱਥ ਰੱਖ ਕੇ, ਸੀਸ ਰੱਖ ਕੇ ਇੱਕ ਬਚਨ ਕਿਹਾ, ਸਤਿਗੁਰੂ ਮੈਂ ਮੁਆਫੀ ਮੰਗਦਾ ਜੇ ਇਹਨਾਂ ਕੋਈ ਲਫ਼ਜ਼ ਐਸਾ ਵਰਤਿਆ ਹੋਵੇ ਤੇ। ਕਿਉਂਕਿ ਇਹਨਾਂ ਸਿਰਫ ਸੰਸਾਰਕ ਨਾਤਾ ਵੇਖਿਆ, ਇਹਨਾਂ ਆਪਣਾ ਉਹ ਨਾਤਾ ਨਹੀਂ ਵੇਖਿਆ ਜਿਸ ਨਾਤੇ ਨੇ ਅੱਜ ਮੈਨੂੰ ਇਸ ਕਾਬਲ, ਇਸ ਲਾਇਕ ਬਣਾਇਆ। ਉਹ ਨਾਤਾ ਇਹਨਾਂ ਨਹੀਂ ਵੇਖਿਆ। ਇਹਨਾਂ ਸਿਰਫ ਜਵਾਈ ਤੇ ਸਹੁਰੇ ਵਾਲਾ ਨਾਤਾ ਵੇਖਿਆ, ਇਹਨਾਂ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਨਹੀਂ ਵੇਖਿਆ। ਮਾਲਕਾ ਮੁਆਫੀ ਮੈਂ ਮੰਗਦਾ। ਉਹ ਸਾਰੇ ਇਤਰਾਜ਼ ਕਰਦੇ ਮੁੜ ਜਾਂਦੇ ਨੇ। ਸਮਾਂ ਆਉਂਦਾ
ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਰੂਪ ਵਿੱਚ ਮਾਲਕ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਤਖਤ ਤੇ ਬਿਠਾਉਂਦੇ ਨੇ ਤੇ ਬਿਠਾ ਕੇ ਆਪ ਮਾਲਕ ਜੀ ਨੇ ਸਿਰ ਸੀਸ ਨਵਾਇਆ ਗੁਰੂ ਰਾਮਦਾਸ ਸਾਹਿਬ ਦੇ ਅੱਗੇ। ਔਰ ਨਾਲ ਦੇਖੋ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚ ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸੈ ਪੈਰੀ ਪਾਏ ਜੀਓ। ਜਿੱਥੇ ਗੁਰੂ ਅਮਰਦਾਸ ਸਾਹਿਬ ਨੇ ਸੀਸ ਨਵਾਇਆ ਉੱਥੇ ਆਪਣੇ ਸੁਪੁੱਤਰ ਬਾਬਾ ਮੋਹਰੀ ਜੀ ਨੂੰ ਵੀ ਆਖਿਆ ਸਿਰ ਨਵਾਉਣ ਵਾਸਤੇ। ਫਿਰ ਸਾਰੀ ਦੀ ਸਾਰੀ ਸੰਗਤ ਗੁਰੂ ਅਮਰਦਾਸ ਸਾਹਿਬ ਦੇ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਅੱਗੇ ਸੀਸ ਨਵਾਉਂਦੀ ਹੈ। ਜਿਹਨੂੰ ਅਗਾਂਹ ਜਾ ਕੇ ਭਾਈ ਸੱਤਾ ਜੀ ਭਾਈ ਬਲਵੰਡ ਜੀ ਫਿਰ ਆਖਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਉਸ ਮਾਲਕ ਨੇ ਰਹਿਮਤ ਵਰਤਾਈ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਛੋਟੀ ਸੁਲਤਾਨ ਆਪ ਤਖਤ ਉੱਤੇ ਬਿਰਾਜਮਾਨ ਜਦੋਂ ਹੋਏ ਫਿਰ ਸੰਗਤਾਂ ਨੂੰ ਦਰਸ਼ਨ ਤੇ ਦਿਦਾਰੇ ਬਖਸ਼ਦੇ। ਫਿਰ ਰਸਨਾ ਕਹਿੰਦੀ ਹੈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ पूछता ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ। ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ। ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਸਤਿਗੁਰੂ ਜੀ ਆਖਦੇ ਜਤ ਸਤ ਸੰਜਮ ਨਾਮ ਹੈ। ਰੱਬ ਜੀ ਦੇ ਨਾਮ ਦੀ ਆਰਾਧਨਾ ਹੀ ਮੇਰੇ ਵਾਸਤੇ ਜਤ ਹੈ ਸਤ ਹੈ ਤੇ ਸੰਜਮ ਹੈ। ਵਿਣ ਨਾਵੇਂ ਨਿਰਮਲ ਨਾ ਹੋਏ। ਜੇ ਸਾਡੇ ਕੋਲ ਰੱਬ ਦੀ ਬੰਦਗੀ ਨਹੀਂ ਹੈ ਤੇ ਫਿਰ ਜਤ ਸਤ ਸੰਜਮ ਸਾਨੂੰ ਨਿਰਮਲ ਨਹੀਂ ਕਰ ਸਕਦਾ। ਜੇ ਸਾਡੇ ਕੋਲ ਬੰਦਗੀ ਨਹੀਂ, ਜੇ ਬੰਦਗੀ ਹੈ ਫਿਰ ਜਤ ਸਤ ਸੰਜਮ ਸਾਨੂੰ ਕੀ ਬਣਾਉਣਗੇ? ਨਿਰਮਲ। ਕਿਉਂਕਿ ਨਾਮ ਹੀ ਜਤ ਹੈ ਸਤ ਹੈ ਤੇ ਸੰਜਮ ਹੈ, ਇਹਨੇ ਨਿਰਮਲਤਾ ਹੀ ਬਖਸ਼ਣੀ। ਫਿਰ ਆਖਿਆ ਕਹਿੰਦੇ ਪੂਰੇ ਭਾਗ ਨਾਮ ਮਨ ਵਸੈ। ਪੂਰੇ ਭਾਗਾਂ ਦੇ ਨਾਲ ਰੱਬ ਜੀ ਦਾ ਨਾਮ ਮਨ ਵਿੱਚ ਵਸਦਾ ਹੈ। ਸ਼ਬਦ ਮਿਲਾਵਾ ਹੋਏ। ਰੱਬ ਜੀ ਦਾ ਮਿਲਾਪ ਸ਼ਬਦ ਦੇ ਰਾਹੀਂ ਹੁੰਦਾ ਹੈ। ਨਾਨਕ ਸਹਿਜੇ ਹੀ ਰੰਗ ਵਰਤਦਾ। ਹੇ ਨਾਨਕ ਜੀ, ਅਕਾਲ ਪੁਰਖ ਪਰਮੇਸ਼ਵਰ ਜੀ ਦੇ ਮਿਲਾਪ ਸਦਕਾ ਜਿਹੜਾ ਸ਼ਾਂਤ ਮਨ ਹੋ ਕੇ ਉਹਦੇ ਪ੍ਰੇਮ ਵਿੱਚ ਵਿਚਰਦਾ ਹੈ, ਉਹਦੇ ਪ੍ਰੇਮ ਵਿੱਚ ਰਹਿੰਦਾ ਹੈ, ਹਰ ਗੁਣ ਪਾਵੈ ਸੋਏ। ਰੱਬ ਜੀ ਦੇ ਗੁਣਾਂ ਦਾ ਮਿਲਾਪ, ਰੱਬ ਜੀ ਦੇ ਗੁਣਾਂ ਨੂੰ ਪਾਉਂਦਾ ਹੀ ਉਹ ਹੈ ਜਿਹੜਾ ਉਹਦੇ ਰੰਗ ਵਿੱਚ ਸਹਿਜ ਸੁਭਾਅ ਵਿਚਰਦਾ ਹੈ। ਸਤਿਗੁਰੂ ਰਹਿਮਤ ਕਰਨ ਸਾਡੇ ਸਭਨਾਂ ਦੇ ਸਿਰਾਂ ਉੱਤੇ। ਮਾਲਕ ਪਾਤਸ਼ਾਹ ਆਪ ਬਖਸ਼ਿਸ਼ ਕਰਨ, ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖ ਕੇ ਸਾਡੇ ਮਨਾਂ ਨੂੰ ਤਰਵਾਸ ਧੀਰਜ ਦੇਣ। ਕਿਤੇ ਮਾਲਕ ਪਾਤਸ਼ਾਹ ਉੱਤੇ ਸਾਡਾ ਵੀ ਭਰੋਸਾ ਵਿਸ਼ਵਾਸ ਭਾਈ ਜੇਠਾ ਜੀ ਵਾਂਗੂ ਬਣ ਜਾਏ ਤੇ ਸਤਿਗੁਰੂ ਜੀ ਦੇ ਰਹਿਮਤਾਂ ਦੇ ਪਾਤਰ ਅਸੀਂ ਵੀ ਬਣ ਸਕੀਏ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਖੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਆਪ ਸਰਬੱਤ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਆਓ ਸਤਿਗੁਰੂ ਜੀ ਦੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਜਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਏ। ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ। ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।